सत श्री अकाल। पंजाब स्टार टीवी वेख रहे सारे दर्शकों का स्वागत है। मैं हाँ कमलरीत कौर लैके हाजिर हाँ पंजाब डिस्कशन दे विच गलबात करांगे कि केंद्र सरकार ते जिहड़ा किसान है उन्हां दे विचाले जिहड़ा गतिरोध है बरकरार है। लगातार केंद्र सरकार दे वल्लों किसानां नूं झुकाउण दे लई जिहड़ा अड्डी चोटी दा जोर है लगाया गया है। अंदोलन नूं तोड़न दी हरेक जिहड़ी संभव कोशिश है कीती गई है, पर खुशकिस्मती दे नाल जिहड़ा अंदोलन है वो अपने मुकाम तक हौली हौली अपने मुकाम दे वल वध रहा है। लंघे दिनी हरियाणा किसान जथेबंदी है जिहड़ी उसदे आगू ने जिहड़े गुरनाम सिंह चड़ूनी उन्हां नूं लैके एक जिहड़ा विवाद है ਉਹ ਭਖਿਆ ਹੈ। ਉਸ ਵਿਵਾਦ ਦੇ ਵਿੱਚ ਕੀ ਜਿਹੜੇ ਅਪਡੇਟਸ ਨੇ ਆਏ ਨੇ ਉਸ ਦੇ ਬਾਰੇ ਖਾਸ ਤੌਰ ਤੇ ਗੱਲਬਾਤ ਕਰਾਂਗੇ ਔਰ ਨਾਲ ਹੀ ਗੱਲਬਾਤ ਕਰਾਂਗੇ ਕਿ ਖੇਤੀ ਕਾਨੂੰਨਾਂ ਤੋਂ ਬਾਅਦ ਕੇਂਦਰ ਸਰਕਾਰ ਜਿਹੜੀ ਹੈ ਇੱਕ ਨਵੀਂ ਸਕਾਲਰਸ਼ਿਪ ਸਕੀਮ ਦਾ ਜਿਹੜਾ ਐਲਾਨ ਕੀਤਾ ਹੈ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਦੋਸ਼ ਲੱਗੇ ਸੀ ਘੁਟਾਲੇ ਦੇ, ਤਾਂ ਉਸ ਤੋਂ ਬਾਅਦ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿਚਾਲੇ ਵੀ ਇਸ ਮਸਲੇ ਨੂੰ ਲੈ ਕੇ ਕਾਫੀ ਖਿੱਚਤੂ ਹੋਈ ਹੈ। ਤੇ ਹੁਣ ਇੱਕ ਵਾਰ ਫੇਰ ਤੋਂ ਕੇਂਦਰ ਸਰਕਾਰ ਇੱਕ ਨਵੀਂ ਸਕਾਲਰਸ਼ਿਪ ਸਕੀਮ ਜਿਹੜੀ ਹੈ ਲੈ ਕੇ ਆ ਰਹੀ ਹੈ। ਇਸ ਦੇ ਵਿੱਚ ਕੀ ਜਿਹੜੀਆਂ ਨਵੀਆਂ ਚੀਜ਼ਾਂ ਕਰਨ ਜਾ ਰਹੀ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਰ ਕਿਸਾਨ ਸੰਘਰਸ਼ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਲੰਬਾ ਹੁੰਦਾ ਜਾ ਰਿਹਾ ਹੈ, ਦਿਨ ਬ ਦਿਨ ਸਬਰ ਟੁੱਟਣ ਦੀ ਬਜਾਏ ਕਿਸਾਨਾਂ ਦਾ ਹੋਰ ਵੀ ਵੱਧ ਰਿਹਾ ਹੈ, ਪੇਸ਼ੈਂਸ ਹੋਰ ਜ਼ਿਆਦਾ ਵੱਧ ਰਹੀ ਹੈ ਕਿ ਅੰਜਾਮ ਇੱਦਾਂ ਲੱਗਦਾ ਹੈ ਕਿ ਆਪਣੇ ਅੰਜਾਮ ਤੱਕ ਪੁੱਜ ਕੇ ਹੀ ਅੰਦੋਲਨ ਜਿਹੜਾ ਹੈ ਖਤਮ ਹੋਏਗਾ। ਔਰ ਇਸ ਦੇ ਵਿਚਾਲੇ ਕੇਂਦਰ ਸਰਕਾਰ ਦੇ ਵੱਲੋਂ ਸਾਜ਼ਿਸ਼ਾਂ ਰਚੀਆਂ ਗਈਆਂ ਨੇ। ਕਦੇ NIA ਵੱਲੋਂ ਨੋਟਿਸ ਭਿਜਵਾਏ ਜਾਂਦੇ ਨੇ ਤੇ ਕਦੇ ਜਿਹੜਾ ਅੰਦੋਲਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਖਾਲਿਸਤਾਨੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਕਦੇ ਮਤਲਬ ਜਿਹੜਾ ਖੂਫੀਆ ਏਜੰਸੀਆਂ ਨੇ, ਖੂਫੀਆ ਤੰਤਰ ਹੈ, ਉਹਨਾਂ ਨੂੰ ਲਗਾਇਆ ਜਾਂਦਾ ਹੈ। ਪਰ ਹਰੇਕ ਅਜੇ ਤੱਕ ਤਾਂ ਜਿਹੜਾ ਅੰਦੋਲਨ ਹੈ ਮਤਲਬ ਤਾਰਪੀਡੋ ਹੋਣ ਤੋਂ ਬਚਾ ਰਿਹਾ ਹੈ। ਔਰ ਹੁਣ ਗੁਰਨਾਮ ਸਿੰਘ ਚੜੂਣੀ ਜਿਹੜੇ ਲੰਘੇ ਦਿਨੀ ਹਰਿਆਣਾ ਕਿਸਾਨ ਜਥੇਬੰਦੀ ਦੇ ਆਗੂ ਨੇ, ਉਹਨਾਂ ਦੇ ਨਾਲ ਇੱਕ ਵਿਵਾਦ ਜੁੜਿਆ ਹੈ ਕਿ ਜਿਹੜੀ ਉਹਨਾਂ ਨੇ ਮੀਟਿੰਗ ਕੀਤੀ ਹੈ ਸਿਆਸੀ ਪਾਰਟੀਆਂ ਦੇ ਨਾਲ, ਵਿਰੋਧੀ ਧਿਰਾਂ ਦੇ ਨਾਲ, ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਸਸਪੈਂਡ ਕਰਨਗੀਆਂ। ਬਹੁਤ ਕੁਝ ਹੋਇਆ ਇਸ ਕੇਸ ਦੇ ਵਿੱਚ, ਅਪਡੇਟ ਹੋਈ ਆ। ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਚੜੂਣੀ ਨੇ ਕਿ ਦੁਬਾਰਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਮੀਟਿੰਗ ਜਿਹੜੀ ਹੈ ਨਹੀਂ ਕੀਤੀ ਜਾਏਗੀ। ਇਸ ਮਸਲੇ ਨੂੰ ਤੁਸੀਂ ਕਿਸ ਵੇ ਨਾਲ ਵੇਖਦੇ ਹੋ? देखो बिल्कुल ठीक गल है कि जड़ा गुरनाम सिंह चुन्नी वाला इशू मतलब आया है, ये कोई छोटा इशू नहीं है। ये मतलब पिछले जिवें तुसीं खुद ही कहा कि कई मतलब इस तरह के एपीसोड हो चुके हैं जिस च किसानां नूं तोड़न का यतन किया जा रहा। प्रॉब्लम ये जिथे ये प्रॉब्लम है कि सारिया ही किसान यूनियनां इकट्ठियां होईयां पईयां ने, ਉਹ ਵੱਖ-ਵੱਖ ਵਿਚਾਰਧਾਰਾਵਾਂ ਦੀਆਂ। ਤੁਸੀਂ ਦੇਖ ਲਓ ਅਕਾਲੀ ਮਾਈਂਡਡ ਵੀ ਨੇ, ਕਾਂਗਰਸੀ ਮਾਈਂਡਡ ਵੀ ਨੇ, ਇਨੈਲੋ ਵਾਲੇ ਵੀ ਹੋਣਗੇ, ਜਾਂ ਤੁਸੀਂ ਕਹੋਗੇ ਵਾਮਪੰਥੀ ਵੀ ਹੋਣਗੇ, ਨਕਸਲੀ ਵੀ ਹੋਣਗੇ, ਸਾਰੇ ਹੀ ਹੋਣਗੇ। ਇਹ ਵਿਚਾਰਧਾਰਾਵਾਂ ਨੇ। ਇਹ 'ਚ ਕੀ ਅਗਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਦੋਂ ਕੋਈ ਕਹਿੰਦਾ ਕਿਸ ਨੂੰ ਵੀ ਇਹ ਤਾਂ ਵਾਮਪੰਥੀ ਨੇ ਜੀ, ਤਾਂ ਵਾਮਪੰਥੀ ਨੇ ਤਾਂ ਕੀ ਹੋ ਗਿਆ? ਮਤਲਬ ਕਿ ਉਹ ਕੋਈ ਵਿਚਾਰਧਾਰਾ ਨਹੀਂ, ਜਾਂ ਇਹ ਨਕਸਲੀ ਨੇ ਤਾਂ ਕਿਉਂ ਵਿਚਾਰਧਾਰਾ ਨਹੀਂ? ਹਰ ਮਤਲਬ ਇਹ ਵਿਚਾਰਧਾਰਾਵਾਂ ਨੇ। ਹਰ ਇੱਕ ਬੰਦੇ ਨੂੰ ਮਤਲਬ ਇਹ ਹੱਕ ਹੈ ਕਿ ਇਹ ਉਹਦੀ ਇੱਛਾ ਹੈ ਕਿ ਉਹਨੇ ਕਿਸ ਵਿਚਾਰਧਾਰਾ ਨਾਲ ਚੱਲਣਾ ਹੈ। तो बहुत सारे बंदे कहेंगे भी तो संघी ने जी, तो मैं कहना संघ होना का भी की भी फिर वो अलग है बई। जे संघी ने तो वो भी एक विचारधारा है। हुण असल च की हो रहा है ना कमल जी कि असी किसी भी दूसरी विचारधारा नूं कोई स्पेस ही नहीं देना चाहते भी। जे मैं एक विचारधारा नाल मतलब एक विचारधारा नूं मनदा या एक विचारधारा दे उत्ते मैं चलदा, तो मैनूं ये लगदा कि बई पर दूसरियां सब बकवास ने, बस मेरी ही ठीक है ना। सो सेम फिर वो भी सोचते हैं कि जी ये वाली बकवास है, साडी जिहड़ी हैगी वो बहुत ठीक है। सो मैनूं ये लगदा कि एक तो साडी जिहड़ी सब तो वड्डी मतलब प्रॉब्लम है वो यही है कि असी किसी नूं स्पेस नहीं दे रहे इत्थे, है ना। आ जिहड़ा मंच है ये पहली बार इहो जिहा मंच बनिया जिन्हें सारिਆਂ ਨੂੰ स्पेस दी है भी सब आ जाओ। उन्होंने तो किसी नूं मना ही नहीं किया, उन्होंने इवन पोलीटिकल पार्टियां नूं भी नहीं मना किया। उन्होंने कहा पोलीटिकल पार्टियां दो समर्थन सानू जिवें मर्जी दो, लेकिन पिछे बैठ के दो। असी उन्हों का झंडा अपनी उस तो नहीं लगावांगे, ना ही उन्होंने उन्होंने नाल स्टेज शेयर करांगे। इन्नी गल है। यह नहीं कि उन्होंने किसी को कहता भी आओ ना, जे ये हुंदा तो फिर अरविंद केजरीवाल नहीं उत्थे जा सकते थे। उन्होंने वो कह देंगे कि बई तुसीं जाओ। उन्होंने स्टेज से तो नहीं उन्होंने बैठन दिता ना, थल्ले उन्होंने आए, उन्होंने पूछा भी हाँ की फैसिलिटीज़ तुहानूं चाहीदियां, जो चीज़ां चाहीदियां सी उन्होंने प्रोवाइड करतियां, क्योंकि गवर्नमेंट भी है ना, उन्हें गवर्नमेंट के तौर पर देखना भी है कि उत्थे कोई दिक्कतां इहो जिहियां है, पानी की दिक्कत है, बाथरूमां की दिक्कत है। ये सारियां इदां दीयां दिक्कतां ने जिथे मतलब तुहानूं मतलब रोज़ ही 2-4 होना पैंदा, और इन्नी ज़्यादा मॉब है उत्थे
ਤੇ ਉਹ ਦਿੱਕਤਾਂ ਹੈ ਤਾਂ ਉਹ ਗਵਰਨਮੈਂਟ ਹੀ ਹੱਲ ਕਰ ਸਕਦੀ ਹੈ। ਤੇ ਗਵਰਨਮੈਂਟ ਉਹ ਆਪਣੀ ਗਵਰਨਮੈਂਟ ਲੈਵਲ ਤੇ ਹੱਲ ਕਰ ਹੀ ਰਹੇ ਆ। ਹੁਣ ਆ ਗਿਆ ਗੁਰਨਾਮ ਸਿੰਘ ਚੜੂੰਨੀ ਦਾ ਮਾਮਲਾ। ਦੇਖੋ ਗੁਰਨਾਮ ਸਿੰਘ ਚੜੂੰਨੀ ਦੇ ਮਾਮਲੇ ਵਿੱਚ ਜਿਹੜਾ ਕੀ ਬੋਲਦੇ ਆਰੋਪ ਲਗਾਇਆ ਜਿਹੜੇ ਕਿਸਾਨ ਸੰਗਠਨ ਦਾ ਹੀ, ਉਹ ਵੀ ਇੱਕ ਕਿਸਾਨ ਸੰਗਠਨ ਅਤੇ ਕਰ ਰਿਹਾ ਕਿ ਇਹ ਜੀ ਮਿਲ ਕੇ ਆਏ ਆ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਮੈਂ ਮਿਲ ਕੇ ਨਹੀਂ ਆਇਆ, ਨਾਲ ਇਹ ਕਿਹਾ ਕਿ ਉਹਨਾਂ ਨੇ 10 ਕਰੋੜ ਰੁਪਇਆ ਲੈ ਲਿਆ ਜੀ ਉਸ ਤੋਂ, ਤੇ ਸਾਡੀ ਜਿਹੜੀ ਹਰਿਆਣਾ ਦੀ ਸਰਕਾਰ ਹੈ ਉਹਨੂੰ ਗਿਰਾਉਣ ਦੀ ਕੋਸ਼ਿਸ਼ ਹੈ। ਇਹ ਜਿਹੜਾ ਹੈਗਾ ਆਰੋਪ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਗੰਭੀਰ ਆਰੋਪ ਹੈ, ਕਿਉਂਕਿ ਪਰ ਮੈਨੂੰ ਨਾਲ ਇਹੀ ਲੱਗਦਾ ਕਿ ਇਹ ਉਸੇ ਸੀਰੀਜ਼ ਦਾ ਇੱਕ ਪਾਰਟ ਹੈ ਜਿਸ ਦੇ ਵਿੱਚ ਇਸ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਨਾਮ ਸਿੰਘ ਚੜੂੰਨੀ ਦਾ ਵੀ ਮੈਂ ਬਿਆਨ ਸੁਣਿਆ ਤੇ ਮੈਂ ਦੂਜਿਆਂ ਦਾ ਵੀ ਬਿਆਨ ਸੁਣਿਆ, ਤੇ ਉਹਦੇ 'ਚ ਉਹ ਕਹਿ ਰਿਹਾ ਕਿ ਮੈਂ ਜ਼ਰੂਰ ਪੋਲੀਟੀਕਲ ਪਾਰਟੀਆਂ ਕੋਲ ਗਿਆ ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਇੱਕ ਅੰਦੋਲਨ ਸਾਡਾ ਨਹੀਂ ਹੈ, ਤੁਸੀਂ ਵੀ ਉਹ ਵਿੱਚ ਉਹਦੇ ਮਤਲਬ ਉਹਨਾਂ ਨੇ ਕਿਹਾ ਕਿ ਬਈ ਜਿਹੜੀ ਸਰਕਾਰ ਹੈ ਉਹ 30-35% ਵੋਟਾਂ ਲੈ ਕੇ ਬਣੀ ਹੈ, ਪਰ ਵਿਪਕਸ਼ ਵੀ ਤਾਂ ਹੈ ਨਾ, ਜਿੱਥੇ ਉਹਦੀਆਂ 60% ਵੋਟਾਂ ਨੇ। ਠੀਕ ਹੈ ਕਿ ਉਹ ਬਿਖਰੀਆਂ ਹੋਈਆਂ ਨੇ, ਹੈ ਨਾ, ਕੋਈ 10% ਲੈ ਗਿਆ, ਕੋਈ 12% ਲੈ ਗਿਆ, ਕੋਈ 4% ਲੈ ਗਿਆ, ਕੋਈ 2% ਲੈ ਗਿਆ, ਉਹ ਬਿਖਰੀਆਂ ਹੋਈਆਂ ਨੇ, ਲੇਕਿਨ ਉਹ ਟੋਟਲ ਤਾਂ 65% ਨੇ। ਯਾਨੀ ਕਿ ਉਹ 65% 35 ਦੇ ਉੱਤੇ ਤਾਂ ਭਾਰੀ ਨੇ ਨਾ, ਤਾਂ 65 ਨਜ਼ਰ ਕਿਉਂ ਨਹੀਂ ਆ ਰਹੇ? ਮਤਲਬ ਸਾਡੇ ਅੰਦੋਲਨ ਦੇ ਵਿੱਚ ਉਹ 65% ਲੋਕ ਜਿਹੜੇ ਨੇ ਉਹ ਸਪੋਰਟ ਦੇ ਵਿੱਚ ਕਿਉਂ ਨਹੀਂ ਖੜੇ? ਉਹ ਆਪਣੇ ਤੌਰ ਤੇ ਕਿਉਂ ਨਹੀਂ ਖੜ ਰਹੇ? ਪਿੱਛੇ ਬੈਠਣ ਸਾਡੇ ਇੱਥੇ ਆਣ। ਜੇ ਤਾਂ ਉਹ ਇਹ ਗੱਲ ਕਰਨ ਗਏ ਹੈ ਤਾਂ ਮੈਨੂੰ ਲੱਗਦਾ ਕਿ ਕੋਈ ਇਹਦੇ ਵਿੱਚ ਗਲਤ ਨਹੀਂ ਹੈ ਔਰ ਇਹ ਕੀਤੀ ਵੀ ਜਾਣੀ ਚਾਹੀਦੀ ਹੈ। ਪਰ ਜੇ ਇਹ ਜਿਹੜਾ ਆਰੋਪ ਲਗਾਇਆ ਕਿ 10 ਕਰੋੜ ਰੁਪਏ ਲੈ ਕੇ ਸਰਕਾਰ ਨੂੰ ਘੇਰਨ ਦਾ ਯਤਨ ਹੈ, ਤਾਂ ਸਰਕਾਰ ਦੇਖੋ ਹਰਿਆਣਾ ਦੇ ਵਿੱਚ ਬਹੁਤ ਹੀ ਜਿਵੇਂ ਕਹੋ ਵਿਸਾਖੀਆਂ ਦੇ ਉੱਤੇ ਹੈ। ਅਗਰ ਤੁਸੀਂ ਵਿਸਾਖੀਆਂ ਹਟਾ ਲਓ ਤਾਂ ਸਰਕਾਰ ਗਿਰਨ 'ਚ ਕੋਈ ਦਿੱਕਤ ਨਹੀਂ ਹੈ। ਔਰ ਜਿਹੜੀ ਵਿਸਾਖੀਆਂ ਨੇ ਉਹ ਫਾਰਮਰਸ ਵਾਲੀਆਂ ਹੀ ਨੇ। ਉੱਥੇ ਚਾਹੇ ਜਜ਼ਬਾ ਵਾਲੀ ਪਾਰਟੀ ਜਿਹੜੀ ਹੈਗੀ ਹੈ ਉਹ ਸਾਰੇ ਰੂਰਲ ਬੈਕਗਰਾਊਂਡ ਦੇ ਲੋਕ ਨੇ, ਫਾਰਮਿੰਗ ਬੈਕਗਰਾਊਂਡ ਦੇ ਲੋਕ ਹੀ ਜਿੱਤੇ ਹੋਏ ਨੇ। ਤਾਂ ਤੁਸੀਂ ਦੇਖਿਆ ਉਹਨਾਂ ਦੇ 3-4 MLAs ਜਿਹੜੇ ਹੈਗੇ ਆ ਉਹ ਥ੍ਰੈਟ ਵੀ ਦੇਈ ਜਾ ਰਿਹਾ ਪਾਰਟੀ ਨੂੰ ਲਗਾਤਾਰ। ਠੀਕ ਹੈ, ਔਰ ਕੁਛ 5-6 ਜਿਹੜੇ ਹੈਗੇ 6 ਦੇ ਆਸ-ਪਾਸ ਮੇਰੇ ਖਿਆਲ ਹੈ ਕਿ ਆਜ਼ਾਦ ਉਮੀਦਵਾਰ ਵੀ ਨੇ, ਤੇ ਜਿਹੜੇ ਆਜ਼ਾਦ ਵੀ ਨੇ ਉਹ ਵੀ ਫਾਰਮਿੰਗ ਬੈਕਗਰਾਊਂਡ ਤੋਂ ਆਏ ਹੋਏ ਲੋਕ ਨੇ। ਇਸ ਕਰਕੇ ਜੇ ਫਾਰਮਰ ਉੱਥੇ ਥ੍ਰੈਟ ਦੇ ਦਿੰਦਾ ਹੈ ਹਰਿਆਣਾ ਦੇ ਵਿੱਚ, ਜਿਵੇਂ ਜਿਸ ਤਰ੍ਹਾਂ ਕਿ ਸਰਕਾਰ ਹੁਣ ਆਰੋਪ ਲਗਾ ਰਹੀ ਹੈ ਹਰਿਆਣਾ ਸਰਕਾਰ ਕਿ ਸਾਡੀ ਸਰਕਾਰ ਘੇਰਨ ਦਾ ਯਤਨ ਹੈ, ਤਾਂ ਮੈਂ ਇਹ ਕਹਿ ਰਿਹਾ ਵੀ ਜੇ ਉਹ ਠੀਕ ਹੈ ਔਰ ਗੁਰਨਾਮ ਸਿੰਘ ਚੜੂੰਨੀ ਹੋਰਾਂ ਨੇ ਇੱਦਾਂ ਕੀਤਾ ਹੈ ਤਾਂ ਇਹ ਇੱਕ ਜ਼ਿਆਦਾ ਗੰਭੀਰ ਇਸ਼ੂ ਹੈ ਕਿ ਕੀ ਆਪਾਂ ਸਰਕਾਰਾਂ ਘੇਰ ਕੇ ਇਸ ਤਰ੍ਹਾਂ ਦੇ ਕੰਮ ਕਰਨੇ ਜਾਂ ਸਰਕਾਰ ਨੂੰ ਮਨਾ ਕੇ ਇੱਦਾਂ ਦੇ ਕੰਮ ਕਰਨੇ। ਇਹ ਅਲੱਗ-ਅਲੱਗ ਥਾਟਸ ਨੇ ਇਹਦੇ। ਇੱਕ ਜਿਹੜੇ ਲੋਕ ਨੇ ਉਹ ਤਾਂ ਕਹਿੰਦੇ ਕਿ ਹਾਂ, ਕਿਉਂਕਿ BJP ਵੀ ਇਹੀ ਕਰਦੀ ਰਹੀ ਹੈ, ਸਰਕਾਰਾਂ ਘੇਰਨ ਦਾ ਯਤਨ ਕਰਦੀ ਰਹੀ ਹੈ। ਤੁਹਾਨੂੰ ਪਤਾ ਹੈ ਮੱਧ ਪ੍ਰਦੇਸ਼ ਦੀ ਸਰਕਾਰ ਉਹਨਾਂ ਨੇ ਘੇਰੀ ਹੀ ਹੈ, ਕਾਂਗਰਸ ਦੇ ਰਾਜਸਥਾਨ ਦੀ ਸਰਕਾਰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ ਕਿ ਉੱਥੇ ਨਹੀਂ ਘੇਰੀ, ਲੇਕਿਨ ਉੱਥੇ ਕਸਰ ਵੀ ਉਹਨਾਂ ਨੇ ਕੋਈ ਨਹੀਂ ਛੱਡੀ। ਠੀਕ ਹੈ, ਇਸੇ ਤਰ੍ਹਾਂ ਹੀ ਉਹ ਤਾਂ ਘੇਰ ਹੀ ਦਿੱਤੀ ਮੱਧ ਪ੍ਰਦੇਸ਼ ਵਾਲੀ ਤਾਂ। ਇਸੇ ਤਰ੍ਹਾਂ ਹੀ ਹੋਰ ਜਿੱਥੇ ਵੀ ਮਤਲਬ ਜਿੱਥੇ ਇਹਨਾਂ ਨੇ ਸਰਕਾਰਾਂ ਆਪਣੀਆਂ ਬਣਾਈਆਂ ਹੋਈਆਂ ਨੇ ਉਹ ਵੀ ਇਸੇ ਤਰ੍ਹਾਂ ਦੀਆਂ ਬਣਾਈਆਂ ਹੋਈਆਂ ਨੇ। ਇਹਨਾਂ ਕੋਲ ਆਪਣੇ ਬੰਦੇ ਉੱਥੇ ਹੈ ਨਹੀਂ ਹੈ, 1 ਜਾਂ 2 ਬੰਦੇ ਹੈ, ਬਾਕੀ ਸਾਰੀ ਦੀ ਸਾਰੀ ਉਹਨਾਂ ਨੇ ਦੂਜੀ ਤੋੜ ਲਈ ਸਰਕਾਰ ਤੇ ਆਪਣੀ ਸਰਕਾਰ ਬਣਾ ਲਈ। ਜੇ ਤਾਂ ਉਹ ਉਸ ਸਵਾਲ ਦਾ ਜਵਾਬ ਹੈ ਇਹ ਕਿ ਹਾਂ ਅਸੀਂ ਵੀ ਫਿਰ ਇਸ ਤਰ੍ਹਾਂ ਦਾ ਕਰ ਸਕਦੇ ਹਾਂ, ਫਿਰ ਤਾਂ ਠੀਕ ਹੈ, ਮਤਲਬ ਫਿਰ ਤਾਂ ਕੋਈ ਗਲਤ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਦਾ ਸਵਾਲ ਹੈ ਉਸੇ ਤਰ੍ਹਾਂ ਦਾ ਜਵਾਬ ਹੈ। ਲੇਕਿਨ ਇੱਕ ਹੈ ਕਿ ਕੀ ਅਸੀਂ ਆਪਣੇ ਸੰਘਰਸ਼ ਨਾਲ ਸਰਕਾਰ ਨੂੰ ਝੁਕਣ 'ਤੇ ਮਜਬੂਰ ਕਰਨਾ ਹੈ ਕਿ ਸਰਕਾਰ ਤਾਂ ਚਲੋ ਇਹੀ ਰਹੇ, ਸਾਨੂੰ ਕੋਈ ਫਰਕ ਨਹੀਂ, ਚਾਹੇ ਇਹ ਰਹੇ। ਜੇ ਫਾਰਮਿੰਗ ਐਂਗਲ ਤੋਂ ਮੈਂ ਦੇਖਾਂ ਤਾਂ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇੱਕ ਵੀਡੀਓ 4-5 ਦਿਨ ਪਹਿਲਾਂ ਹੀ ਬੜਾ ਵਾਇਰਲ ਹੋਇਆ ਸੀ ਕਪਿਲ ਸਿੱਬਲ ਹੋਰਾਂ ਦਾ। ਉਹਦੇ ਵਿੱਚ ਉਹ ਕਪਿਲ ਸਿੱਬਲ ਕਾਨੂੰਨ ਮੰਤਰੀ ਦੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਸੇਮ ਇਸੇ ਤਰ੍ਹਾਂ ਦੇ ਬਿੱਲਾਂ ਦਾ ਸਮਰਥਨ ਕਰ ਰਹੇ ਆ। ਉਹਨਾਂ ਨੇ ਕਹਿ ਰਿਹਾ ਕਿ ਮੰਡੀਆਂ ਖੋਲ੍ਹੋ, ਪ੍ਰਾਈਵੇਟ ਵਪਾਰੀਆਂ ਨੂੰ ਅੰਦਰ ਆਉਣ ਦਿਓ, ਉਹਨਾਂ ਦੀ ਬਹੁਤ ਲੁੱਟ ਹੋ ਰਹੀ ਹੈ ਕਿਸਾਨਾਂ ਦੀ, ਇਹ ਹੋ ਰਿਹਾ ਉਹ ਹੋ ਰਿਹਾ। ਤਾਂ ਇਸ ਤਰ੍ਹਾਂ ਦੀ ਸਾਰੀ ਚੀਜ਼ ਕਰ ਰਹੀ ਹੈ ਔਰ ਉਹਦੇ ਉਲਟਾ BJP ਕਰ ਉਹ ਸਟੈਂਡ ਲੈ ਰਹੀ ਹੈ ਜੋ ਅੱਜ ਕਾਂਗਰਸ ਨੇ ਲਿਆ ਹੋਇਆ, ਤਾਂ ਕਾਂਗਰਸ ਉਹ ਸਟੈਂਡ ਲੈ ਰਹੀ ਹੈ ਜੋ BJP ਨੇ ਲਿੱਤਾ ਹੋਇਆ ਸੀ ਉਸ ਦਿਨ। ਤੁਸੀਂ ਦੇਖੋ ਇਹਦਾ ਮਤਲਬ ਇਹ ਹੋਇਆ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਦੋਂ ਤਾਂ ਉਹ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਤਾਂ ਸੇਮ ਉਹ ਬੋਲੀ ਬੋਲਦੀਆਂ ਜੋ ਅੱਜ BJP ਬੋਲ ਰਹੀ ਹੈ, ਲੇਕਿਨ ਜਦੋਂ ਉਹ ਓਪੋਜੀਸ਼ਨ 'ਚ ਨੇ ਤਾਂ ਸੇਮ ਉਹ ਬਿਲਕੁਲ ਉਲਟਾ ਬੋਲਦੀਆਂ ਨੇ ਜੋ ਅੱਜ ਕਾਂਗਰਸ ਬੋਲ ਰਹੀ ਹੈ।
ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ, ਜਾਂ ਮੇਰਾ ਕਹਿਣ ਦਾ ਭਾਵ ਦੱਸਣ ਦਾ ਇਹ ਹੈ, ਜੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਕਾਨੂੰਨ ਹੁੰਦੇ ਹੈ ਇਹ ਕਿਸੇ ਪੋਲੀਟੀਕਲ ਪਾਰਟੀ ਦੇ ਨਹੀਂ ਹੈਗੇ। ਇਹ ਐਕਚੁਅਲੀ ਤਾਂ ਪਿੱਛੋਂ ਇਹਨੂੰ ਬਿਊਰੋਕ੍ਰੇਸੀ ਕਹਿ ਲਓ ਜਾਂ ਕਾਰਪੋਰੇਟ ਜਿਹੜੇ ਲੋਕ ਨੇ ਉਹ ਪੁਸ਼ ਕਰ ਰਹੇ ਹੈ ਕਿ ਇਹ ਲਾਗੂ ਹੋ ਜਾਣ। ਜਿਹੜਾ ਬੰਦਾ ਸੱਤਾ 'ਚ ਹੁੰਦਾ ਉਹ ਹੀ ਇਹਨੂੰ ਲਾਗੂ ਕਰਨ ਲਈ ਕਾਹਲਾ ਹੁੰਦਾ। ਜਦੋਂ ਓਪੋਜੀਸ਼ਨ ਚਾਹੁੰਦਾ ਤਾਂ ਬਈ ਜੇ ਹੁਣ ਤੁਸੀਂ ਇਹੀ ਬਿੱਲਾਂ ਦਾ ਜੇ ਮੰਨ ਲਓ ਕਾਂਗਰਸ ਅੱਜ ਵਿਰੋਧ ਕਰ ਰਹੀ ਹੈ ਤਾਂ ਕਾਂਗਰਸ ਸਮਰਥਨ ਵੀ ਕਰਦੀ ਰਹੀ ਹੈ ਨਾ। ਆ ਕਪਿਲ ਸਿੱਬਲ ਦਾ ਇਹ ਤਾਂ ਮੈਂ ਤਾਂ ਕੋਈ ਸੁਣਿਆ ਬਿਆਨ ਤਾਂ ਨਹੀਂ ਦੇ ਰਿਹਾ, ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਉਹਨੇ। ਖਬਰਾਂ ਇਹ ਵੀ ਸੀ ਕਿ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁੰਦੇ ਸੀ ਦੇਸ਼ ਦੇ ਤਾਂ ਉਸ ਵੇਲੇ ਉਹ ਵੀ ਇਹਨਾਂ ਕਾਨੂੰਨਾਂ ਨੂੰ ਲਿਆਉਣ ਦੇ ਲਈ ਤਰਲੋ ਮੱਛੀ ਹੋ ਰਹੇ ਸੀ। ਬਿਲਕੁਲ, ਮੈਂ ਉਹੀ ਕਹਿ ਰਿਹਾ ਹਾਂ ਕਿ ਦੇਖੋ ਹੋ ਸਿਰਫ ਇੰਨਾ ਕੁ ਸਕਦਾ ਹੈ ਕਿ ਮਤਲਬ ਉਹ ਇੱਕ ਕਾਨੂੰਨ ਲੈ ਕੇ ਆ ਰਹੇ ਹੁਣ ਜੋ ਥੋੜਾ ਛੋਟਾ ਹੋਵੇ, ਇਹਨਾਂ ਦਾ ਉਹਦਾ ਦਾਇਰਾ ਹੋਰ ਵਧਾਤਾ ਹੋਵੇ। ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਹੋ ਸਕਦੀਆਂ ਨੇ, ਪਰ ਮੈਂ ਜਿਹੜੀ ਗੱਲ ਕਰ ਰਿਹਾ ਨਾ, ਮੈਂ ਇਸ ਗੱਲ ਤੇ ਮੈਨੂੰ ਇਹ ਲੱਗ ਰਿਹਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਕੋਈ ਏਜੰਡਾ ਆਪਣਾ ਤਾਂ ਹੈ ਹੀ ਨਹੀਂ। ਉਹ ਮੈਨੂੰ ਲੱਗਦਾ ਕਿ ਬਿਊਰੋਕ੍ਰੇਸੀ ਦੇ ਜਾਂ ਕਾਰਪੋਰੇਟ ਦੇ ਏਜੰਡੇ ਨੂੰ ਪੁਸ਼ ਕਰ ਰਹੇ ਹੈ ਨਾ। ਸੋ ਜਿਹੜਾ ਫਾਰਮਿੰਗ ਐਂਗਲ ਤੋਂ ਮੈਂ ਤੁਹਾਨੂੰ ਕਿਹਾ ਕਿ ਸਰਕਾਰ ਨੂੰ ਝੁਕਾਉਣਾ ਹੈ, ਤਾਂ ਮੇਰਾ ਮਤਲਬ ਸਰਕਾਰ ਨੂੰ ਝੁਕਾਉਣ ਤੋਂ ਹੈ, ਨਾ ਕਿ ਬੀਜੇਪੀ ਜਾਂ ਕਾਂਗਰਸ ਨੂੰ ਝੁਕਾਉਣ ਤੋਂ ਹੈ। ਜਿਹੜਾ ਮੈਂ ਤੁਹਾਨੂੰ ਗੱਲ ਕਹੀ ਸੀ ਕਿ ਵੀ ਜੇ ਤਾਂ ਸਰਕਾਰ ਗਿਰਾਉਣ ਦਾ ਇੱਕ ਇਸ਼ੂ ਹੈ ਤਾਂ ਉਹ ਉਸ ਸਵਾਲ ਦਾ ਜਵਾਬ ਹੈ ਜੋ ਬੀਜੇਪੀ ਕਰਦੀ ਰਹੀ ਹੈ, ਸਰਕਾਰਾਂ ਨੂੰ ਘੇਰਨ ਦਾ ਯਤਨ। ਤੇ ਫਿਰ ਕਾਂਗਰਸ ਵੀ ਕਰ ਸਕਦੀ ਹੈ ਇਸ ਤਰ੍ਹਾਂ ਦਾ, ਹੈ ਨਾ। ਵੀ ਉਹ ਅੱਜ ਉਹਨੂੰ ਮੌਕਾ ਮਿਲਿਆ ਵੀ ਜੇ ਮੈਂ ਫਾਰਮਰਸ ਸੰਗਠਨ ਇੱਦਾਂ ਦੇ ਹੈਗੇ ਆ, ਜੇ ਮੈਂ ਉਹਨਾਂ ਨੂੰ ਪੁਸ਼ ਕਰਕੇ ਸਰਕਾਰ ਘੇਰਦਾ ਤਾਂ ਸਾਡੀ ਉੱਥੇ ਸਰਕਾਰ ਬਣ ਜਾਏਗੀ, ਕਿਉਂਕਿ ਉਹ ਵੀ ਉਹਨਾਂ ਕੋਲ ਵੀ 32 ਸੀਟਾਂ ਹੈਗੀਆਂ ਨੇ। ਤੇ ਕੀ ਨਾਮ ਹੈ ਉਹ ਆਪਣਾ ਜਿਹੜੇ ਹੈਗੇ ਨੇ ਜਜਪਾ ਜਾਂ ਤੁਸੀਂ ਕਹਿ ਲਓ ਜਿਹੜੇ ਇੰਡੀਪੈਂਡੈਂਟ ਹੈਗੇ ਆ, ਉਹਨਾਂ ਦਾ ਸਮਰਥਨ ਲੈ ਕੇ ਸਰਕਾਰ ਬਣਾ ਹੀ ਸਕਦੀ ਹੈ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਸਰਕਾਰ ਨੂੰ ਮਜਬੂਰ ਕਰਨ ਦਾ ਮੇਰਾ ਮਤਲਬ ਹੈ ਕਿ ਉਹ ਬਿਊਰੋਕ੍ਰੇਸੀ ਜਾਂ ਉਹ ਲੋਕ ਕਾਰਪੋਰੇਟ ਘਰਾਣੇ ਜਿਹੜੇ ਪੈਸੇ ਦੇ ਜ਼ੋਰ ਨਾਲ ਜਾਂ ਇਸ ਦਬਾਅ ਬਣਾ ਕੇ ਇਸ ਪ੍ਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਬਣਾ ਰਹੇ ਆ। ਅਗਰ ਅਸੀਂ ਬੀਜੇਪੀ ਨੂੰ ਜਾਂ ਕਾਂਗਰਸ ਨੂੰ ਝੁਕਾਉਂਦੇ ਹਾਂ ਤਾਂ ਇਹ ਕੋਈ ਝੁਕਾਉਣਾ ਨਹੀਂ ਹੁੰਦਾ, ਕਿਉਂਕਿ ਜਿਹੜਾ ਵੀ ਸੱਤਾ ਦੇ ਵਿੱਚ ਆਉਂਦਾ ਉਹ ਕੰਮ ਉਹ ਕਰ ਰਿਹਾ ਹੁੰਦਾ ਜੋ ਬਿਊਰੋਕ੍ਰੇਸੀ ਜਾਂ ਕਾਰਪੋਰੇਟ ਚਾਹੁੰਦੇ ਆ। ਇਸੇ ਕਰਕੇ ਮੈਂ ਕਿਹਾ ਵੀ ਪਹਿਲਾਂ ਇਹੀ ਕੰਮ ਕਾਂਗਰਸ ਕਰ ਰਹੀ ਸੀ, ਇਹੀ ਕੰਮ ਹੁਣ ਬੀਜੇਪੀ ਕਰ ਰਹੀ ਹੈ, ਅਤੇ ਉਹਨਾਂ ਨੂੰ ਉੱਥੇ ਤਾਂ ਕੋਈ ਫਰਕ ਨਹੀਂ ਹੈਗਾ, ਉੱਥੇ ਤਾਂ ਸੇਮ ਹੀ ਹੈ ਨਾ। ਤਾਂ ਫਿਰ ਜੇ ਤੁਸੀਂ ਅੱਜ ਬੀਜੇਪੀ ਨੂੰ ਝੁਕਾਓ ਵੀ ਲਓਗੇ ਤਾਂ ਫਿਰ ਕੱਲ੍ਹ ਨੂੰ ਕਾਂਗਰਸ ਆ ਕੇ ਇਹੀ ਕੰਮ ਕਰੇਗੀ। ਤਾਂ ਮੈਂ ਇਹ ਇਸ ਕਰਕੇ ਕਿਹਾ ਕਿ ਇਹਦਾ ਝੁਕਾਉਣਾ ਲੋੜ। ਦੂਜਾ ਮੈਨੂੰ ਲੱਗਦਾ ਕਿ ਮੈਂ ਨਹੀਂ ਕਹਿ ਰਿਹਾ ਕਿ ਜਿਹੜਾ ਕਾਰਪੋਰੇਟ ਸੈਕਟਰ ਹੈ ਇਹ ਮਾੜਾ ਹੀ ਹੁੰਦਾ, ਮੈਂ ਇਹ ਇਸ ਤੋਂ ਕੋਈ ਮਤਲਬ ਨਹੀਂ। ਮੈਂ ਇਹ ਕਹਿ ਰਿਹਾ ਵੀ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ। ਕਾਰਪੋਰੇਟ, ਕੋਆਪਰੇਟਿਵ ਔਰ ਗਵਰਨਮੈਂਟ, ਤਿੰਨਾਂ ਦਾ ਬੈਲੈਂਸ ਹੋਣਾ ਜ਼ਰੂਰੀ ਹੈ, ਤਾਂ ਜਾ ਕੇ ਕਿਤੇ ਕਾਰਪੋਰੇਟ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ। ਅਦਰਵਾਈਜ਼ ਸਾਰੀਆਂ ਜਿਹਦੀ ਵੀ ਮੋਨੋਪੋਲੀ ਹੋਏਗੀ, ਈਵਨ ਅਗਰ ਸਰਕਾਰ ਦੀ ਵੀ ਮੋਨੋਪੋਲੀ ਹੋਵੇ ਤਾਂ ਉਹ ਸਰਕਾਰ ਦੀ ਮੋਨੋਪੋਲੀ 'ਚ ਵੀ ਇੱਦਾਂ ਹੀ ਹੁੰਦਾ। ਮਤਲਬ ਉਹ ਇੱਕ ਤਾਂ ਉਹਦੇ 'ਚ ਫੈਸਿਲਿਟੀਜ਼ ਬਹੁਤ ਘੱਟ ਹੁੰਦੀਆਂ, ਵਧਾਉਣ ਨੂੰ ਉਹ ਕੋਈ ਕੀ ਬੋਲਦੇ ਹੁੰਦੇ ਆ, ਕੋਈ ਦਿਖਾਉਂਦੇ ਨਹੀਂ, ਕੋਈ ਇੰਟਰਸਟ ਹੀ ਨਹੀਂ ਲੈਂਦੇ। ਸਪੋਜ਼ ਮੈਂ ਇੱਕ ਤੁਹਾਨੂੰ ਬੜੀ ਸਿੰਪਲ ਜਿਹੀ ਉਦਾਹਰਨ ਦੇਣਾ, ਅਸੀਂ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਸਤੇ ਉੱਥੇ ਤਹਿਸੀਲਾਂ ਦੇ ਦਫ਼ਤਰ 'ਚ ਜਾਂਦੇ ਹਾਂ। ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਣਾ ਤਹਿਸੀਲਾਂ ਦੇ ਦਫ਼ਤਰ। ਕਿਹੜੀ ਤਹਿਸੀਲ ਤੁਹਾਨੂੰ ਇਹੋ ਜਿਹੀ ਲੱਗੀ ਹੈ ਕਿ ਬਹੁਤ ਸ਼ਾਨਦਾਰ ਤਹਿਸੀਲ ਹੈ? ਆਲਦੋ ਕਿ ਹਰ ਸਾਲ 2500 ਤੋਂ 3000 ਕਰੋੜ ਰੁਪਇਆ ਇਹ ਤਹਿਸੀਲਾਂ ਸਰਕਾਰ ਨੂੰ ਕਮਾ ਕੇ ਦਿੰਦੀਆਂ ਨੇ। ਅਤੇ ਤੁਸੀਂ ਉੱਥੇ ਜੇ ਫੈਸਿਲਿਟੀਜ਼ ਦੇ ਨਾਂ 'ਤੇ ਤੁਸੀਂ ਦੇਖੋ, ਲੋਕ ਮਤਲਬ ਉਹ ਪੀਣ ਲਈ ਪਾਣੀ ਤੱਕ ਉੱਥੇ ਹੈ ਨਹੀਂ ਗਾ, ਹੈ ਨਾ, ਬੈਠਣ ਤੱਕ ਦੀ ਲੋਕਾਂ ਦੀ ਹੈ ਨਹੀਂ, ਦੁਰਗਤੀ ਹੁੰਦੀ ਰਹਿੰਦੀ ਹੈ ਲੋਕਾਂ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ। ਅੱਜ ਕੱਲ੍ਹ ਮੈਨੂੰ ਕੱਲ੍ਹ ਕਿਸੇ ਬੰਦੇ ਨੇ ਦੱਸਿਆ ਕਿ ਆਹ ਖਰੜ ਤਹਿਸੀਲ ਦੇ ਵਿੱਚ ਹੀ 112 ਰਜਿਸਟਰੀਆਂ ਰੋਜ਼ ਹੋ ਰਹੀਆਂ ਨੇ। ਉਹ ਕਹਿੰਦੇ ਇਸ ਗੱਲ 'ਤੇ ਮੈਂ ਰਾਜੀ ਕਿ ਵੀ ਇਹਨਾਂ ਨੇ ਸਾਰਾ ਕੰਮ ਔਨਲਾਈਨ ਕਰਤਾ, ਪਰ ਔਨਲਾਈਨ ਦੇ ਵਿੱਚ ਫੈਸਿਲਿਟੀ ਦਿੱਤੀ ਨਹੀਂ ਕਿ 112 ਉਹ ਅਪਲੋਡ ਕਰ ਸਕਣ ਡੇਲੀ ਦੀਆਂ, ਤਾਂ ਉਹ ਪੈਂਡਿੰਗ ਹੋਈ ਜਾ ਰਹੀਆਂ ਨੇ, ਲੋਕਾਂ ਦੀ ਖੱਜਲ ਖੁਆਰੀ ਹੋਈ ਜਾ ਰਹੀ। ਤਾਂ ਮੈਂ ਉਹੀ ਕਹਿ ਰਿਹਾ ਕਿ ਉੱਥੇ ਨਾ ਬੈਲੈਂਸ ਚਾਹੀਦਾ। ਅਗਰ ਤੁਸੀਂ ਕੋਆਪਰੇਟਿਵ ਸੈਕਟਰ ਨੂੰ ਵੀ ਨਾਲ ਰੱਖੋਗੇ, ਕਾਰਪੋਰੇਟ ਨੂੰ ਵੀ ਨਾਲ ਰੱਖੋਗੇ, ਸਰਕਾਰੀ ਨੂੰ ਵੀ ਨਾਲ ਰੱਖੋਗੇ, ਤਾਂ ਇਹ ਵਧੀਆ ਚੱਲੇਗਾ। ਤੁਸੀਂ ਸਿਰਫ ਇੱਕੋ ਹੀ ਕਰੋ, ਜਿਵੇਂ ਹੁਣ ਇਹ ਕਹਿ ਰਿਹਾ ਵੀ ਸਾਰੇ ਖੋਲ੍ਹ ਦਿਓ ਜੀ, ਰਿਫੋਰਮਸ ਕਰ ਦਿਓ ਜੀ,
ਐਗਰੀਕਲਚਰ ਦੇ ਐਗਰੀਕਲਚਰ ਰਿਫਾਰਮਸ ਦਾ ਕੀ ਮਤਲਬ ਹੈ? ਰਿਫਾਰਮਸ ਦਾ ਸਿਰਫ ਮਤਲਬ ਇਹ ਹੈ ਕਿ ਅਸੀਂ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਹਾਂ ਔਰ ਦੂਜੇ ਜਿਹੜੇ ਸਰਕਾਰੀ ਹੈਗੇ ਆ ਪ੍ਰਾਈਵੇਟ ਹੈਗੇ ਆ ਉਹਨਾਂ ਦੇ ਹੱਥ 'ਚ ਦੇ ਦਿੰਦੇ ਆ। ਇਹ ਰਿਫਾਰਮਸ ਨੇ। ਰਿਫਾਰਮਸ ਇਹ ਨਹੀਂ ਹੁੰਦੇ ਰਿਫਾਰਮਸ ਦੇ ਵਿੱਚ ਹੋਰ ਬਹੁਤ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ। ਰਿਫਾਰਮਸ ਦੇ ਵਿੱਚ ਤਾਂ ਸਾਡੀ ਜ਼ਮੀਨ ਦਾ ਮਤਲਬ ਵੀ ਸ਼ਾਮਿਲ ਹੈ। 50 ਸਾਲ ਪਹਿਲਾਂ ਅਸੀਂ ਸਾਰੀ ਜਿਹੜੀ ਜ਼ਮੀਨ ਹੈ ਇਹਦੀ ਸੀਲਿੰਗ ਕੀਤੀ ਹੈ ਵੀ ਕਿਸੇ ਕੋਲ ਵੀ 17 ਏਕੜ ਤੋਂ ਜ਼ਿਆਦਾ ਜ਼ਮੀਨ ਨਹੀਂ ਹੋਏਗੀ। ਪਰ ਇਹਦੇ 'ਚ ਅਸੀਂ ਫਿਰ ਕਾਰਪੋਰੇਟ ਸੈਕਟਰ ਨੂੰ ਕਿਉਂ ਨਹੀਂ ਰੱਖਿਆ ਵਿੱਚ? ਕਿਸੇ ਨੂੰ ਕੋਲੇ ਦਾ ਮਤਲਬ ਹੈ ਫਿਰ ਕਿਸੇ ਕੋਲ ਵੀ ਨਹੀਂ ਹੋਏਗੀ, ਸਾਰੇ ਇਕੁਅਲ ਹੋਣਗੇ। ਲੇਕਿਨ ਕਾਰਪੋਰੇਟ ਸੈਕਟਰ ਤਾਂ 100 ਕੀ 1000 ਕਿੱਲਾ ਖਰੀਦ ਲੇ, ਉਹਨੂੰ ਤਾਂ ਸਰਕਾਰਾਂ ਮਤਲਬ ਉਹਦੇ ਲਈ ਕਾਨੂੰਨ ਬਣਾ ਰਹੀਆਂ ਨੇ ਕਿ ਹਾਂ ਜੀ 1000 ਕਿੱਲਾ ਇਹਨੂੰ ਚਾਹੀਦਾ ਤੇ 1000 ਕਿੱਲਾ ਅਸੀਂ ਲੈ ਕੇ ਦੇਣਾ। ਦੇਖੋ ਇਹ ਚੀਜ਼ਾਂ ਮਤਲਬ ਇਸ ਤਰ੍ਹਾਂ ਨਹੀਂ ਹੋ ਸਕਦੀਆਂ ਵੀ ਉਹਨਾਂ ਲਈ ਕਾਨੂੰਨ ਕੁਝ ਹੋਰ ਹੋਣ ਤੇ ਫਾਰਮਰ ਲਈ ਐਜ਼ ਇੰਡੀਵਿਜੂਅਲ ਕੁਝ ਹੋਰ ਹੋਣ। ਫਾਰਮਰ ਨੇ ਵੀ ਇਸ ਜ਼ਮੀਨ ਤੇ ਇਨਵੈਸਟ ਕਰਨਾ ਹੈ, ਉਹ ਤਾਂ ਕਰੂਗਾ ਜੇ ਇਹ ਜ਼ਮੀਨ ਉਹਨੂੰ ਕੁਝ ਫਾਇਦਾ ਦੇਗੀ, ਅਦਰਵਾਈਜ਼ ਫਿਰ ਨਹੀਂ ਕਰੇਗਾ। ਫਿਰ ਤਾਂ ਚੀਜ਼ਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਜਿਸ ਤਰ੍ਹਾਂ ਹੁਣ ਚਲਾ ਰਿਹਾ। ਅਸੀਂ ਬਸ ਇਹ ਕਰ ਰਹੇ ਹਾਂ ਵੀ ਇੱਕ ਚੀਜ਼ ਇੱਥੋਂ ਚੁੱਕ ਕੇ ਇੱਥੇ ਰੱਖਤੀ ਹੈ, ਉਹਦੇ ਨਾਲ ਨਾ ਤਾਂ ਫਾਰਮਰ ਨੂੰ ਜਦੋਂ ਇੱਥੇ ਸੀਗੀ ਤਾਂ ਕੋਈ ਫਾਇਦਾ ਹੋ ਰਿਹਾ ਸੀ, ਨਾ ਕੋਈ ਇੱਥੇ ਤਾਂ ਕੋਈ ਫਾਇਦਾ ਹੋ ਰਿਹਾ। ਜੇ ਰਿਫਾਰਮਸ ਕਰਨੇ ਆ ਤਾਂ ਜ਼ਮੀਨ ਦੇ ਸਤਰ ਤੋਂ ਸ਼ੁਰੂ ਕਰਨੇ ਪੈਣਗੇ। ਜਿਹੜੀ ਮੈਂ ਤੁਹਾਨੂੰ ਕਿਹਾ ਹੈ ਉਸ ਜਿਹੜੇ ਇਹ ਰਿਫਾਰਮਸ ਕਰ ਰਿਹਾ ਇਹ ਕਰ ਰਿਹਾ ਐਂਡ ਪ੍ਰੋਡਕਟ 'ਤੇ। ਜਦੋਂ ਕਿਸਾਨ ਦਾ ਪ੍ਰੋਡਕਟ ਬਾਹਰ ਆ ਜਾਏਗਾ, ਉਹਨੇ ਹੁਣ ਵੇਚਣਾ ਹੈ, ਉਹ ਵੇਚੇ ਕਿਹਨੂੰ? ਸਰਕਾਰੀ ਮੰਡੀਆਂ ਨੂੰ ਵੇਚੇ ਜਾਂ ਪ੍ਰਾਈਵੇਟ ਮੰਡੀਆਂ ਨੂੰ? ਰਿਫਾਰਮਸ ਉੱਥੇ ਹੋ ਰਹੇ ਆ। ਰਿਫਾਰਮਸ ਉੱਥੇ ਨਹੀਂ ਕਰਨੇ, ਰਿਫਾਰਮ ਜ਼ਮੀਨ ਤੋਂ ਕਰ ਰਹੇ। ਮਤਲਬ ਸਾਡਾ ਸਿਰਫ ਇੰਨਾ ਕਿ ਅਸੀਂ ਕੀ ਕਿਸਾਨ ਦੀ ਇੱਕ ਬੇਸਿਕ ਇਨਕਮ ਤੈਅ ਕਰ ਪਾ ਰਹੇ ਹਾਂ ਕਿ ਇੰਨਾ ਕੁ ਤਾਂ ਇਨਕਮ ਚਾਹੀਦੀ ਹੈ। ਤੁਸੀਂ ਕਈ ਵਾਰੀ ਦਵਿੰਦਰ ਸ਼ਰਮਾ ਜੀ ਹੋਰਾਂ ਨੂੰ ਸੁਣਿਆ ਹੋਣਾ, ਜਿਹੜੇ ਐਗਰੀਕਲਚਰ ਪਾਲਿਸੀਜ਼ ਦੇ ਐਕਸਪਰਟ ਨੇ। ਉਹ ਕਿੰਨੇ ਸਾਲ ਤਾਂ ਮੈਨੂੰ ਹੀ ਹੋ ਗਏ ਉਹਨਾਂ ਨੂੰ ਸੁਣਦੇ ਨੂੰ। ਉਹ ਬਾਰ-ਬਾਰ ਇੱਕ ਗੱਲ 'ਤੇ ਮਤਲਬ ਜ਼ੋਰ ਦੇ ਰਹੇ ਆ, ਦਬਾਅ ਬਣਾ ਰਿਹਾ ਕਿ ਫਾਰਮ ਰਿਫਾਰਮਸ ਉਦੋਂ ਤੱਕ ਨਹੀਂ ਹੋਣਗੇ ਜਦ ਤੱਕ ਤੁਸੀਂ ਕਿਸਾਨਾਂ ਦੀ ਇੱਕ ਬੇਸਿਕ ਇਨਕਮ ਤੈਅ ਨਹੀਂ ਕਰਦੇ ਵੀ ਯਾਰ ਇੰਨਾ ਕੁ ਤਾਂ ਕਿਸਾਨ ਨੂੰ ਮਿਲਣਾ ਹੀ ਚਾਹੀਦਾ। ਜਦੋਂ ਅਸੀਂ ਪੇ ਕਮਿਸ਼ਨ ਬਿਠਾਉਂਦੇ ਹਾਂ ਉਦੋਂ ਉਹ ਦੱਸਦਾ ਵੀ ਸਾਡਾ ਕੋਈ ਵੀ ਕਰਮਚਾਰੀ ਜਿਹੜਾ ਹੈਗਾ ਉਹ 18,000 ਰੁਪਏ ਤੋਂ ਘੱਟ ਨਹੀਂ ਹੋਏਗਾ, ਉਹਦੀ ਬੇਸਿਕ ਇਨਕਮ 18,000 ਦੀ ਹੋਏਗੀ। ਜਿਵੇਂ ਹੁਣ 7ਵੇਂ ਪੇ ਕਮਿਸ਼ਨ ਦੀ ਮੈਂ ਤੁਹਾਨੂੰ ਸਿਰਫ ਗੱਲ ਸੁਣਾ ਰਿਹਾ, ਉਹ 18,000 ਉਹਨਾਂ ਨੇ ਬੋਲਿਆ ਹੋਇਆ ਕਿ ਇੰਨੀ ਤਾਂ ਬੇਸਿਕ ਇਨਕਮ ਹੋਏਗੀ। ਯਾਨੀ ਕਿ ਜਿਹੜਾ ਸਫਾਈ ਸੇਵਕ ਹੈ ਜਾਂ ਚਪਰਾਸੀ ਲੱਗਿਆ ਕੋਈ ਬਾਹਰ ਪਾਣੀ ਪੂਣੀ ਪਿਲਾਉਣ ਵਾਸਤੇ ਅਫਸਰਾਂ ਨੂੰ, ਉਹਦੀ 18,000 ਬੇਸਿਕ ਦਾ ਮਤਲਬ ਇਹ ਹੈ ਕਿ 35-40 ਹਜ਼ਾਰ ਰੁਪਏ ਉਹਨੂੰ ਜਿਹੜੇ ਦੂਜੇ ਫੰਡ ਸਾਰੇ ਹੁੰਦੇ ਆ ਉਹ ਪਾ ਕੇ ਜੇ ਉਹਨਾਂ ਤੁਸੀਂ ਇਕੱਠਾ ਕਰੋ ਤਾਂ 35 ਤੋਂ 40 ਹਜ਼ਾਰ ਰੁਪਏ ਹੋ ਜਾਂਦੀ ਹੈ ਪਰ ਮੰਥ। ਠੀਕ ਹੈ, ਤੁਸੀਂ ਉਹ ਦੇਖੋ ਜੇ ਉਹ 20 ਦਿਨ ਦੇ ਆਸ-ਪਾਸ ਮਹੀਨੇ 'ਚ ਜਾਂਦੇ ਆ, ਉਹਨੂੰ ਤਾਂ ਅਸੀਂ ਜਿਹੜਾ ਕਿ ਸਿੰਪਲ ਪਾਣੀ ਪਿਲਾਉਣਾ ਉਹਨੂੰ ਤਾਂ ਅਸੀਂ ਕਹਿ ਰਹੇ ਹਾਂ ਵੀ 35 ਤੋਂ 40 ਹਜ਼ਾਰ ਦੇਵਾਂਗੇ। ਲੇਕਿਨ ਫਾਰਮਰ ਨੂੰ ਅਸੀਂ ਕਹਿ ਰਹੇ ਹਾਂ ਵੀ ਤੈਨੂੰ ਤਾਂ ਬਈ 10,000 ਤੋਂ ਵੱਧ ਵੀ ਨਹੀਂ ਮਿਲਣਾ ਪਰ ਮੰਥ। ਸੋ ਇੱਦਾਂ ਦੀਆਂ ਜਿਹੜੀਆਂ ਡਿਸਪੈਰਿਟੀਜ਼ ਨੇ ਨਾ, ਇਹ ਇੱਥੇ ਰਿਫਾਰਮਸ ਦੀ ਲੋੜ ਹੈ। ਇਹ ਜਦ ਤੱਕ ਨਹੀਂ ਕਰਦੇ ਤਾਂ ਤੱਕ ਅੱਗੇ ਗੱਲ ਨਹੀਂ ਤੁਰੇਗੀ। ਮੈਨੂੰ ਇਹ ਲੱਗਦਾ ਕਿ ਜਿਹੜਾ ਸਰ ਆਪਾਂ ਇੱਕ ਵਾਰ ਸਕਾਲਰਸ਼ਿਪ ਦੀ ਵੀ ਗੱਲ ਕਰ ਲਈਏ, ਕਿਉਂਕਿ ਸਕਾਲਰਸ਼ਿਪ ਘੁਟਾਲਾ ਬਹੁਤ ਵੱਡੇ ਪੱਧਰ ਤੇ ਉਛਾਲਿਆ ਗਿਆ ਸੀ ਪੰਜਾਬ ਦੇ ਵਿੱਚ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਿੱਧੇ ਤੌਰ ਤੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਸੀ। ਹਾਲਾਂਕਿ ਸਰਕਾਰ ਦੇ ਵੱਲੋਂ ਕਲੀਨ ਚਿੱਟ ਦਿੱਤੀ ਗਈ, ਪਰ ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਬਹੁਤ ਉਛਾਲਿਆ ਔਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੀ ਇਸ ਮਸਲੇ ਤੇ ਗੁੱਥਮ ਗੁੱਥੀ ਹੁੰਦੀ ਵਿਖਾਈ ਦਿੱਤੀ। ਹਿਸਾਬ ਵੀ ਮੰਗੇ ਗਏ ਪੰਜਾਬ ਸਰਕਾਰ ਤੋਂ। ਤੇ ਹੁਣ ਕੇਂਦਰ ਸਰਕਾਰ ਇੱਕ ਨਵੀਂ ਜਿਹੜੀ ਸਕਾਲਰਸ਼ਿਪ ਸਕੀਮ ਹੈ ਲੈ ਕੇ ਆ ਰਹੀ ਹੈ, ਉਸ ਦੇ ਵਿੱਚ ਕੁਝ ਨਵੀਆਂ ਗੱਲਾਂ ਵੀ ਸੁਣਨ ਦੇ ਵਿੱਚ ਆਈਆਂ ਨੇ ਕਿ ਐਡ ਕੀਤੀਆਂ ਗਈਆਂ ਨੇ। ਦੇਖੋ ਜਿਹੜੀ ਨਵੀਂ ਸਕਾਲਰਸ਼ਿਪ ਸਕੀਮ ਆਈ ਹੈ ਉਹ 'ਚ ਦੋ ਚੀਜ਼ਾਂ ਉਹਨਾਂ ਨੇ ਅੱਛੀਆਂ ਕੀਤੀਆਂ ਜੋ ਮੈਨੂੰ ਲੱਗਦਾ ਕਿ ਪਹਿਲੇ ਨਾਲੋਂ ਬੈਟਰ ਹੈ। ਉਹ ਇਹ ਹੈ ਕਿ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਸਕਾਲਰਸ਼ਿਪ ਦਾ ਪੈਸਾ ਹੈ ਉਹ ਸਿੱਧਾ ਸਟੂਡੈਂਟ ਦੇ ਖਾਤੇ 'ਚ ਜਾਏਗਾ ਔਰ ਸਟੂਡੈਂਟ ਦੇ ਜਿਹੜੇ ਖਾਤੇ ਨੇ ਉਹ ਆਧਾਰ ਲਿੰਕਡ ਬੈਂਕ ਖਾਤੇ ਨਾਲ ਹੋਣਗੇ। ਜਿਹੜੀ ਪਿਛਲਾ ਸੀ ਉਹ 'ਚ ਸਭ ਤੋਂ ਵੱਡਾ ਇਹ ਡਰਾਬੈਕ ਸੀ ਕਿ ਕਾਲਜ ਨੂੰ ਪੈਸਾ ਚਲਾ ਜਾਂਦਾ। ਸਪੋਜ਼ ਕਾਲਜ ਕਹਿ ਰਿਹਾ ਸੀਗਾ ਕਿ ਸਾਡੇ ਮਤਲਬ ਕਾਲਜ ਦੇ ਵਿੱਚ 100 ਵਿਦਿਆਰਥੀ ਨੇ ਜਿਹੜੇ SC ਨੇ ਔਰ ਉਹਨਾਂ ਨੂੰ ਇਹ ਸਕਾਲਰਸ਼ਿਪ ਚਾਹੀਦੀ ਹੈ, ਤਾਂ ਉਹਨਾਂ ਨੂੰ ਉਹਨਾਂ ਦੀ ਫੀਸ ਮੰਨ ਲਓ 200 ਰੁਪਇਆ ਬਣ ਗਈ, ਤਾਂ 200 ਰੁਪਇਆ ਬੈਂਕ ਦੇ ਖਾਤੇ 'ਚ ਉਹਨਾਂ ਦੇ ਖਾਤੇ 'ਚ ਆ ਗਿਆ ਅਤੇ ਉਹਨਾਂ ਨੇ ਉਹ ਐਡਜਸਟ ਕਰਤਾ। ਹੋ ਕੀ ਰਿਹਾ ਸੀਗਾ ਕਿ ਮਤਲਬ ਜਿਹੜੇ ਕਾਲਜਸ ਨੇ ਉਹ ਬਹੁਤ ਸਾਰੇ ਜਾਲੀ ਦਾਖਲੇ ਦਿਖਾਈ ਜਾ ਰਹੇ ਸੀਗੇ। ਮਤਲਬ ਤੁਸੀਂ ਇਹ ਕਹੋ, ਪਤਾ ਨਹੀਂ ਹੁਣ ਮੈਨੂੰ ਉਹ ਅੰਕੜਾ ਠੀਕ ਇਸੇ ਦਾ ਫਰੇਬੀ ਸੀ ਜਾਂ ਹੁਣ ਅੰਕੜਾ ਕੁਝ ਠੀਕ ਹੋਇਆ
ਜਿਹੜੀ ਗਵਰਨਮੈਂਟ ਆਫ ਪੰਜਾਬ ਨੇ ਨਵੀਂ ਸਕੀਮ ਸ਼ੁਰੂ ਕੀਤੀ ਸੀ ਮਤਲਬ ਪਿਛਲੇ ਮਹੀਨੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਜਿਹੜੀ ਨਵੀਂ ਸਕੀਮ ਇਹਨਾਂ ਨੇ ਲੈ ਕੇ ਆਏ ਉਹਦੇ 'ਚ ਉਹਨਾਂ ਨੇ ਕਿਹਾ ਕਿ 60% ਗਵਰਨਮੈਂਟ ਦੇਗੀ, 20% ਜਿਹੜਾ ਹੈਗਾ ਕਾਲਜ ਦੇਣਗੇ। ਉਹਦੇ 'ਚ ਉਹਨਾਂ ਨੇ 40% ਉਹ ਕਾਲਜ ਦੇਣਗੇ। ਉਹਨਾਂ ਨੇ ਇੱਕ ਗੱਲ ਬੜੀ ਵਧੀਆ ਉਸ 'ਚ ਕਰਤੀ, ਜਿਹੜੇ ਆਵੇਦਨ ਆਏ ਉਹ ਸਿਰਫ 1,39,000 ਆਇਆ, ਜਦਕਿ ਪਹਿਲਾਂ 3.25 ਲੱਖ ਆਈ ਜਾ ਰਿਹਾ ਸੀ। ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਬਹੁਤ ਵੱਡੀ ਗੜਬੜ ਹੋ ਰਹੀ ਸੀ। ਇਹਨਾਂ ਨੇ ਵੀ ਕਿਹਾ ਸੀ ਸਿੱਧਾ ਆਧਾਰ ਨਾਲ ਲਿੰਕ ਕਰਾਂਗੇ। ਇਹ ਨਵੀਂ ਸਕੀਮ 'ਚ ਵੀ ਗਵਰਨਮੈਂਟ ਆਫ ਇੰਡੀਆ ਦੀ ਹੈਗੀ ਹੈ, ਤਾਂ ਮੈਨੂੰ ਲੱਗਦਾ ਕਿ ਇੱਕ ਠੀਕ ਹੈ। ਔਰ 1 ਮਿੰਟ ਲਈ ਮੈਂ ਹੋਰ ਦੱਸਣੀ ਚਾਹੂੰਗਾ ਇੱਕ ਗੱਲ ਹੋਰ, ਕਿ ਉਹਦੇ 'ਚ ਇੱਕ ਚੀਜ਼ ਹੋਰ ਉਹਨਾਂ ਨੇ ਕਹੀ ਹੈ ਕਿ ਜਦ ਤੱਕ ਸਟੇਟ ਗਵਰਨਮੈਂਟ ਆਪਣਾ ਪੈਸਾ ਪਹਿਲਾਂ ਨਹੀਂ ਦੇ ਦਿੰਦੀ ਤਾਂ ਤੱਕ ਅਸੀਂ ਨਹੀਂ ਦੇਵਾਂਗੇ। ਯਾਨੀ ਕਿ ਸਟੇਟ ਗਵਰਨਮੈਂਟ ਦਾ ਜਿਹੜਾ 40% ਹਿੱਸਾ ਹੈਗਾ ਉਹ ਉਹਨਾਂ ਨੂੰ ਪਹਿਲਾਂ ਹੀ ਜਦੋਂ ਦਾਖਲਾ ਹੋਏਗਾ ਉਸੇ ਟਾਈਮ ਹੀ ਜਮ੍ਹਾਂ ਕਰਾਉਣਾ ਪਏਗਾ, ਤਾਂ ਉਹ ਕਰਾਉਂਦੇ ਸਾਰ ਫਿਰ 60% ਉਹਨਾਂ ਦਾ ਆਏਗਾ। ਤਾਂ ਇਹਦਾ ਮਤਲਬ ਇਹ ਹੈ ਕਿ ਜੇ ਅੱਗੇ ਬਹੁਤ ਸਾਰੀਆਂ ਸਕੀਮਾਂ 'ਚ ਕੀ ਹੋ ਰਿਹਾ ਸੀਗਾ ਕਿ ਸਟੇਟਾਂ ਆਪਣਾ ਸ਼ੇਅਰ ਦਿੰਦੀਆਂ ਹੀ ਨਹੀਂ ਸੀ, ਉਹ ਸੈਂਟਰ ਦਾ ਲਈ ਜਾਂਦੀਆਂ ਸੀ, ਆਪਣਾ ਦਿੰਦੀਆਂ ਨਹੀਂ ਸੀ, ਤਾਂ ਉਹ ਕਿਤੇ ਨਾ ਕਿਤੇ ਗੈਪ ਜਿਹਾ ਰਹਿ ਜਾਂਦਾ ਸੀ। ਲੇਕਿਨ ਹੁਣ ਇਹ ਜਿਹੜੀ ਸਕੀਮ ਆਈ ਹੈ ਇਹਦੇ 'ਚ ਥੋੜ੍ਹਾ ਜਿਹਾ ਉਹ ਗੈਪ ਵੀ ਦੂਰ ਹੋ ਜਾਏਗਾ। ਇਹ 2 ਰਿਫਾਰਮਸ ਉਹਨਾਂ ਨੇ ਕੀਤੇ ਹੈਗੇ। ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ, ਜਿਨ੍ਹਾਂ ਦੇ ਨਾਲ ਅਸੀਂ ਲਗਾਤਾਰ ਕਿਸਾਨੀ ਅੰਦੋਲਨ ਦੀ ਗੱਲਬਾਤ ਕਰ ਰਹੇ ਹਾਂ ਔਰ ਗੁਰਨਾਮ ਸਿੰਘ ਚੜੂਨੀ ਦੇ ਨਾਲ ਜੋ ਮਤਭੇਦ ਜਥੇਬੰਦੀਆਂ ਦੇ ਹੋਏ ਨੇ ਉਸ ਦੇ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਹੈ ਔਰ ਨਾਲ ਹੀ ਗੱਲਬਾਤ ਕੀਤੀ ਹੈ ਕਿ ਕਿਸਾਨ ਅੰਦੋਲਨ ਤੋਂ ਬਾਅਦ ਹੁਣ ਪੰਜਾਬ ਕੇਂਦਰ ਸਰਕਾਰ ਜਿਹੜੀ ਹੈ ਇੱਕ ਨਵੀਂ ਜਿਹੜੀ ਸਕਾਲਰਸ਼ਿਪ ਸਕੀਮ ਹੈ ਲੈ ਕੇ ਆਈ ਹੈ, ਇਸ ਦੇ ਵਿੱਚ ਕੀ ਜਿਹੜੇ ਬਦਲਾਅ ਨੇ ਕੀਤੇ ਗਏ ਨੇ ਵਿਸਥਾਰਪੂਰਵਕ ਤੁਹਾਨੂੰ ਦੱਸਿਆ। ਫਿਰ ਹਾਜ਼ਰ ਹੋਵਾਂਗੇ ਪੰਜਾਬ ਡਿਸਕਸ਼ਨ ਦੇ ਨਵੇਂ ਐਪੀਸੋਡ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।